प्रोग्राम खास खबर देख रहे दर्शकों का स्वागत। मैं हाँ कमलजीत सिद्धू ते तुसी देख रहे हो द पंजाब टॉक्स। भाई बलवंत सिंह राजोआणा ਦੀ रिहाई ਦੇ ਵਾਸਤੇ ਕਾਫੀ ਵਿਵਾਦ ਉੱਠਿਆ ਹੋਇਆ ਹੈ। ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਨੂੰ ਮੁੜ ਪੱਤਰ ਲਿਖਿਆ ਆ ਤੇ 1 ਦਸੰਬਰ ਤੋਂ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ। ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਜਿਹੜੀ ਪਟੀਸ਼ਨ ਹੈ ਉਸ ਦੇ ਨਿਪਟਾਰੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਵੀ ਪੱਤਰ ਜਾਰੀ ਕੀਤਾ ਗਿਆ। ਤੇ ਤੀਜੀ ਜੋ ਖਬਰ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਈ ਉਹ ਘਟਨਾ ਦੀ ਆ ਜਦੋਂ ਕਿ ਨਿਹੰਗ ਸਿੰਘ ਨੇ ਮਾਈਕ ਫੜ ਕੇ ਬੋਲਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਹੁਣ ਕਾਫੀ ਵਿਵਾਦ ਹੈ ਕਿ ਆਖਰ ਕਿਹੜਾ ਸ਼ਰਾਰਤੀ ਅਨਸਰ ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਸਰਵਉੱਚ ਸਥਾਨ ਦੇ ਉੱਤੇ ਆ ਕੇ ਇਹੋ ਜਿਹੀ ਹਰਕਤ ਕੀਤੀ ਆ। ਉਹਦੀ ਹੁਣ ਜਾਂਚ ਦੇ ਬਾਰੇ ਵੀ ਮੰਗ ਉੱਠ ਰਹੀ ਹੈ। ਤੇ ਚੌਥੀ ਖਬਰ ਹੈ ਕਿ ਬਿਹਾਰ ਦੇ ਵਿੱਚ ਜੋ ਰੇਤ ਮਾਫੀਆ ਉਸ ਦੇ ਵੱਲੋਂ ਇੱਕ ਥਾਣੇਦਾਰ ਨੂੰ ਦਰੜ ਕੇ ਮਾਰ ਦਿੱਤਾ ਤੇ ਬਿਹਾਰ ਦੇ ਇੱਕ ਮੁੱਖ ਮੰਤਰੀ ਦਾ ਕਹਿਣਾ ਆ ਕਿ ਕੋਈ ਗੱਲ ਹੀ ਨਹੀਂ ਤੇ ਜਿਹੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ, ਯਾਨੀ ਕਿ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ, ਯਾਨੀ ਕਿ ਬਿਹਾਰ ਦੇ ਵਿੱਚ ਜਿਹੜੀ ਮੌਤ ਆ ਬਹੁਤ ਸਸਤੀ ਹੈ। ਇਸ 'ਤੇ ਗੱਲ ਕਰਾਂਗੇ ਵਿਸਤਾਰ ਸਹਿਤ। ਪਹਿਲੀ ਖਬਰ ਵੱਲ ਆਉਂਦੇ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੁੜ ਪੱਤਰ ਲਿਖਿਆ ਆ ਤੇ ਪੱਤਰ ਦੇ ਵਿੱਚ ਜ਼ਿਕਰ ਕੀਤਾ ਕਿ ਜੇ ਰਿਹਾਈ ਨਹੀਂ ਹੁੰਦੀ ਤੇ ਉਹ ਫਿਰ ਇਸ ਦੇ ਉੱਤੇ ਅਗਰ ਨਹੀਂ ਕੋਈ ਕਦਮ ਚੁੱਕਿਆ ਜਾਂਦਾ ਤੇ ਉਹ ਭੁੱਖ ਹੜਤਾਲ ਕਰਨਗੇ। ਤਾਂ ਕਈ ਸਾਲਾਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਪੱਤਰ ਲਿਖ ਕੇ ਸਪਸ਼ਟ ਕਰ ਦਿੱਤਾ ਆ ਕਿ ਮੈਂ ਭੁੱਖ ਹੜਤਾਲ 'ਤੇ ਚਲਾ ਜਾਊਂਗਾ। ਇਸ ਵਿੱਚ ਉਹਨਾਂ ਨੇ 1 ਦਸੰਬਰ ਨੂੰ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕਰ ਦਿੱਤਾ ਆ। ਇਸ ਤੋਂ ਪਹਿਲਾਂ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੁਆਰਾ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਵਿਰੁੱਧ 12 ਸਾਲ ਪਹਿਲਾਂ ਪਾਈ ਗਈ ਪਟੀਸ਼ਨ ਨੂੰ ਵਾਪਸ ਲੈਣ ਲਈ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ। ਇਸ ਮਗਰੋਂ ਜਥੇਦਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸੰਸਥਾਵਾਂ ਨੂੰ ਠੋਸ ਕਦਮ ਚੁੱਕਣ ਦੇ ਆਦੇਸ਼ ਦਿੱਤੇ ਸਨ। ਜਥੇਦਾਰ ਨੇ ਸ਼੍ਰੋਮਣੀ ਕਮੇਟੀ ਤੋਂ 15 ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ ਮੰਗੀ ਹੈ। ਤਾਂ 15 ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ ਦੀ ਗੱਲ ਹੁਣ ਉੱਠੀ ਹੈ। ਜ਼ਾਹਿਰ ਹੈ ਕਿ ਜਿਸ ਮਗਰੋਂ ਰਾਜੋਆਣਾ ਨੇ ਕਿਹਾ ਹੈ ਕਿ ਉਹ ਭੁੱਖ ਹੜਤਾਲ ਰੱਖਣ ਦੇ ਆਪਣੇ ਫੈਸਲੇ ਨੂੰ 20 ਦਿਨਾਂ ਦੇ ਲਈ ਅੱਗੇ ਪਾ ਰਹੇ ਨੇ। ਰਾਜੋਆਣਾ ਨੇ ਤਾਜ਼ਾ ਪੱਤਰ ਵਿੱਚ ਲਿਖਿਆ ਹੈ ਕਿ ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਸਿੰਘ ਸਾਹਿਬ ਜੀ, ਇਸ ਤੋਂ ਪਹਿਲਾਂ ਮੈਂ ਆਪ ਜੀ ਨੂੰ 2 ਚਿੱਠੀਆਂ ਲਿਖ ਕੇ 12 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੇ ਲਈ ਰਾਸ਼ਟਰਪਤੀ ਜੀ ਕੋਲ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਸੀ। 12 ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਬਹੁਤ ਹੀ ਸੋਚ ਵਿਚਾਰ ਕੇ ਸਾਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਕੇ ਮੈਂ ਇਸ ਨਤੀਜੇ 'ਤੇ ਪੁੱਜਿਆ ਹਾਂ ਕਿ ਮੈਂ ਹਰ ਹਾਲਤ ਇਸ ਅਪੀਲ ਨੂੰ ਵਾਪਸ ਕਰਵਾਉਣਾ ਚਾਹੁੰਦਾ ਹਾਂ। ਰਾਜੋਆਣਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਮੇਰੇ ਨਾਲ ਸਰੀਰਕ ਅਤੇ ਮਾਨਸਿਕ ਤਸ਼ੱਦਦ ਕਰਨ ਦੀ ਨੀਅਤ ਨਾਲ ਇੱਕ ਸਾਜ਼ਿਸ਼ ਅਤੇ ਏਜੰਡੇ ਦੇ ਤਹਿਤ ਮੰਦਭਾਵਨਾ ਨਾਲ ਇਸ ਅਪੀਲ ਉੱਤੇ 12 ਸਾਲ ਬਾਅਦ ਵੀ ਕੋਈ ਫੈਸਲਾ ਨਹੀਂ ਕੀਤਾ ਗਿਆ। ਜਿਸ ਅਪੀਲ 'ਤੇ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਵਿੱਚ ਰੂਟੀਨ ਦੇ ਵਿੱਚ ਫੈਸਲਾ ਹੋ ਜਾਣਾ ਚਾਹੀਦਾ ਸੀ, ਨਾ ਹੀ ਇਸ ਅਪੀਲ ਉੱਤੇ ਅੱਗੇ ਕੋਈ ਫੈਸਲਾ ਹੋਣ ਦੀ ਸੰਭਾਵਨਾ ਹੈ। ਇਸ ਅਪੀਲ ਉੱਤੇ ਫੈਸਲਾ ਕਰਵਾਉਣ ਦੇ ਲਈ ਪਹਿਲਾਂ ਵੀ ਕਈ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯੋਗ ਕਦਮ ਚੁੱਕਣ ਦੇ ਲਈ ਆਦੇਸ਼ ਜਾਰੀ ਹੋ ਚੁੱਕੇ ਨੇ, ਪਰ ਹੁਣ ਤੱਕ ਉਹਨਾਂ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆਗਾ। तो ਰਾਜੋਆਣਾ ਨੇ ਇਹ ਵੀ ਕਿਹਾ ਹੈ ਕਿ ਭੁੱਖ ਹੜਤਾਲ ਰੱਖਣਾ ਮੇਰਾ ਮਕਸਦ ਨਹੀਂ ਹੈ। ਮੇਰਾ ਮਕਸਦ ਤਾਂ 12 ਸਾਲਾਂ ਤੋਂ ਆਪਣੇ ਫੈਸਲੇ ਦੀ ਉਡੀਕ ਕਰਦੀ ਇਸ ਅਪੀਲ ਨੂੰ ਵਾਪਸ ਕਰਵਾਉਣਾ ਹੈ ਤੇ ਮੈਂ ਬੰਦੀ ਛੋੜ ਦਿਵਸ ਉੱਤੇ ਆਪ ਜੀ ਵੱਲੋਂ ਖਾਲਸਾ ਪੰਥ ਨੂੰ ਦਿੱਤੇ ਸੰਦੇਸ਼ ਵਿੱਚ ਪ੍ਰਗਟਾਈਆਂ ਗਈਆਂ ਭਾਵਨਾਵਾਂ ਦਾ ਸਨਮਾਨ ਅਤੇ ਸਤਿਕਾਰ ਕਰਦਾ ਹਾਂ। ਇਸ ਲਈ ਅਪੀਲ ਵਾਪਸ ਨਾ ਹੋਣ ਦੀ ਸੂਰਤ ਵਿੱਚ
ਮੈਂ ਆਪਣੇ ਭੁੱਖ ਹੜਤਾਲ ਦੇ ਫੈਸਲੇ ਨੂੰ 20 ਦਿਨਾਂ ਦੇ ਲਈ ਅੱਗੇ ਪਾਉਂਦਾ ਹਾਂ। ਭਾਈ ਰਾਜੂ ਹੋਣਾ ਨੇ ਕਿਹਾ ਹੈ ਕਿ ਜਥੇਦਾਰ ਨੂੰ ਕਿ ਸਿੰਘ ਸਾਹਿਬ ਜੀ, ਹੁਣ ਮੈਂ ਆਪਣੀਆਂ ਸੰਸਥਾਵਾਂ ਦੇ ਆਗੂਆਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬੋਝ ਨੂੰ ਅਤੇ ਕੇਂਦਰ ਸਰਕਾਰ ਦੀ ਬੇਇਨਸਾਫੀ ਅਤੇ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ। ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਹੀ ਜ਼ੁਲਮ ਅਤੇ ਬੇਇਨਸਾਫੀਆਂ ਦੇ ਖਿਲਾਫ ਕੀਤੀ ਹੈ। ਇਸ ਲਈ ਮੇਰੀ ਆਪ ਜੀ ਤੋਂ ਹੁਣ ਇਹੀ ਮੰਗ ਹੈ ਕਿ ਰਾਸ਼ਟਰਪਤੀ ਕੋਲ 12 ਸਾਲ ਪਹਿਲਾਂ ਪਾਈ ਗਈ ਅਪੀਲ ਨੂੰ ਵਾਪਸ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਜਾਵੇ, ਤਾਂ ਜੋ ਦਿੱਲੀ ਦੇ ਹੁਕਮਰਾਨਾਂ ਦੇ ਇਨਸਾਫ ਦੇ ਤਰਾਜੂ ਦਾ ਸੱਚ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ ਜਾ ਸਕੇ। ਕਿਉਂਕਿ ਜਿਹੜੇ ਹੁਕਮਰਾਨ ਇੱਕ ਕਿਸੇ ਵਿਅਕਤੀ ਨੂੰ 17 ਸਾਲ ਫਾਂਸੀ ਚੱਕੀ ਵਿੱਚ ਬਿਠਾ ਕੇ ਰੱਖਣ ਤੇ ਉਸ ਦੀ ਅਪੀਲ ਤੇ ਵੀ 12 ਸਾਲ ਤੱਕ ਫੈਸਲਾ ਹੀ ਨਾ ਕਰਨ, ਉਸ ਤੋਂ ਇਨਸਾਫ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਹੁਣ ਇੱਥੇ ਗੱਲ ਜੇ ਮਨੁੱਖੀ ਅਧਿਕਾਰਾਂ ਦੀ ਵੀ ਕਰ ਲਈਏ ਤਾਂ ਇਹ ਵਾਕਿਆ ਹੀ ਬੇਇਨਸਾਫੀ ਹੈ, ਕਿਉਂਕਿ ਹੁਣ ਤੱਕ ਤਾਂ ਜਿੰਨੇ ਸਾਡੇ ਮੋਰਚੇ ਲੱਗ ਚੁੱਕੇ ਆ, ਜਿੰਨੀਆਂ ਅਪੀਲਾਂ ਦਲੀਲਾਂ ਚਾਹੇ ਉਹ ਕੇਂਦਰ ਨੂੰ ਆ, ਚਾਹੇ ਉਹ ਪੰਜਾਬ ਸਰਕਾਰ ਨੂੰ ਆ, ਜਾਂ ਹਕੂਮਤਾਂ ਨੂੰ ਕਿਸੇ ਨੂੰ ਵੀ ਕੀਤੀਆਂ ਗਈਆਂ, ਜਾਂ ਸੁਪਰੀਮ ਕੋਰਟ ਤੱਕ ਵੀ, ਰਾਸ਼ਟਰਪਤੀ ਤੱਕ ਵੀ ਕੀਤੀਆਂ ਗਈਆਂ ਆ। ਔਰ ਇੱਦਾਂ ਲੱਗਦਾ ਹੈ ਕਿ ਇੱਥੋਂ ਦੀਆਂ ਸਰਕਾਰਾਂ ਜਾਂ ਫਿਰ ਨਿਆਂ ਕਾਨੂੰਨ ਜਿਹੜਾ ਆ ਉਹ ਵਾਕਿਆ ਹੀ ਅੱਖਾਂ ਬੰਦ ਕਰਕੇ ਤੇ ਕੰਨ ਬੰਦ ਕਰਕੇ ਬੈਠ ਗਿਆ ਆ। ਉਹ ਅਪੀਲ ਸੁਣਦੇ ਨਾਤੇ ਵੀ ਕੋਈ ਜਿਹੜਾ ਜਵਾਬਦੇਹ ਨਹੀਂ ਹੋ ਰਿਹਾ। ਔਰ ਖ਼ਾਸ ਤੌਰ ਦੇ ਉੱਤੇ ਤਿਕੜਮਬਾਜ਼ ਜਿਹੜੇ ਨੇ ਉਹ ਆਪਣੇ ਸ਼ੋਸ਼ੇਬਾਜ਼ੀਆਂ ਤੇ ਬਿਆਨਬਾਜ਼ੀਆਂ ਛੱਡ ਕੇ ਸਗੋਂ ਹੋਰ ਕੇਸ ਨੂੰ, ਇਹਨਾਂ ਸਿੰਘਾਂ ਦੇ ਕੇਸਾਂ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ। ਜਿਨ੍ਹਾਂ ਸਿੰਘਾਂ ਨੇ ਆਪਣੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਬਿਤਾਤੀ ਆ, ਉਹ ਉਹਨਾਂ ਨੇ ਹੁਣ ਬਾਹਰ ਆ ਕੇ ਕਿਹੜਾ ਕੋਈ ਵੱਡਾ ਪਹਾੜ ਜਿਹੜਾ ਹੈ ਉਹਨਾਂ ਨੇ ਢਾਉਣਾ ਹੈ, ਜਿਹਦੇ ਤੋਂ ਇਹ ਹੁਣ ਡਰੇ ਹੋਏ ਆ ਤੇ ਅੰਦਰ ਬੈਠਿਆਂ ਤੋਂ ਹੀ ਡਰੀ ਜਾਂਦੇ ਆ, ਤੇ ਬਾਹਰ ਆ ਕੇ ਤਾਂ ਫਿਰ ਪਤਾ ਨਹੀਂ ਇਹਨਾਂ ਦਾ ਕੀ ਹਾਲ ਹੋਣਾ ਆ। ਸੋ ਜੇ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਵੀ ਗੱਲ ਕੀਤੀ ਜਾਵੇ, ਹਾਲਾਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਗੱਲ ਪਹੁੰਚੀ ਆ, ਉੱਥੋਂ ਦੀਆਂ ਖਾਸ ਤੌਰ 'ਤੇ ਜਿਵੇਂ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਤਨਮਨ ਢੀਸੀ ਹੋਰਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ, ਬੰਦੀ ਸਿੰਘਾਂ ਦੀ ਰਿਹਾਈ ਨੂੰ। ਔਰ ਕੈਨੇਡਾ ਵਿੱਚ ਵੀ ਅਕਸਰ ਜਿਹੜੇ ਸਿੱਖ ਪੱਖੀ ਲੋਕ ਨੇ ਉਹ ਭਾਰਤ ਸਰਕਾਰ ਦੇ ਇਸ ਕਦਮ ਦੇ ਖਿਲਾਫ ਗੱਲ ਕਰਦੇ ਰਹਿੰਦੇ ਨੇ। ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਕਿਹਾ ਜਾਂਦਾ, ਪਰ ਗੱਲ ਜਦੋਂ ਮਨੁੱਖੀ ਅਧਿਕਾਰਾਂ ਦੀ ਆਵੇ ਤੇ ਉਦੋਂ ਕੋਈ ਵੱਖਵਾਦੀ, ਖਾਲਿਸਤਾਨੀ ਨਹੀਂ ਹੁੰਦਾ ਗਾ। ਬਸ਼ਰਤੇ ਇਹ ਆ ਕਿ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਘਾਣ ਜਿਹੜਾ ਆ ਉਹ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਹੋ ਰਿਹਾ। ਔਰ ਹੈਰਾਨੀ ਦੀ ਗੱਲ ਆ ਕਿ ਜਿਵੇਂ ਉਹ ਗੱਲ ਕੀਤੀ ਆ ਕਿ 12 ਸਾਲ ਸਿਰਫ ਜਿਹੜਾ ਫੈਸਲਾ ਕਿਤੇ ਸਾਲ 6 ਮਹੀਨੇ 'ਚ ਹੋਣਾ ਚਾਹੀਦਾ, ਉਹਦੇ ਉੱਤੇ 12 ਸਾਲ ਲਗਾਏ ਆ, ਔਰ 12 ਸਾਲਾਂ ਬਾਅਦ ਵੀ ਕੋਈ ਗੱਲ ਨਹੀਂ ਕੀਤੀ ਗਈ। ਔਰ ਦੂਸਰੇ ਪਾਸੇ ਇੱਥੇ ਗੱਲ ਆਉਂਦੀ ਹੈ, ਅੱਜ ਅਕਾਲੀ ਜਿਵੇਂ ਮਰਜ਼ੀ ਵੱਡੇ ਦਮਗਜੇ ਮਾਰੀ ਜਾਣ, ਸੁਖਬੀਰ ਬਾਦਲ ਵਰਗੇ ਜਾਂ ਕੁਛ ਵੀ ਹੈ, ਇੱਥੇ ਗੱਲ ਇਹ ਵੀ ਕਹਿਣੀ ਬਣਦੀ ਹੈ ਕਿ ਇਹਨਾਂ ਨੇ ਸਵਾਏ ਯੱਕੜਵਾਉਣ ਤੋਂ ਕੁਛ ਵੀ ਨਹੀਂ ਕੀਤਾ ਗਾ, ਕੱਖ ਵੀ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੀਤਾ। ਔਰ ਜਦੋਂ ਤਕਰੀਬਨ ਇਹਨਾਂ ਦੀ ਭਾਈਵਾਲੀ ਸੀਗੀ ਕੇਂਦਰ ਦੀ ਹਕੂਮਤ ਦੇ ਨਾਲ, ਉਦੋਂ ਵੀ ਇਹ ਬੰਦੀ ਸਿੰਘਾਂ ਵਾਸਤੇ ਜਾਂ ਸਿੱਖਾਂ ਵਾਸਤੇ ਕੁਛ ਨਹੀਂ ਕਰ ਸਕੇ, ਪੰਜਾਬ ਵਾਸਤੇ ਕੁਛ ਨਹੀਂ ਕਰ ਸਕੇ। ਔਰ ਮੈਂ ਹਰ ਵਾਰੀ ਇਤਿਹਾਸਕ ਪੱਖ ਦੀ ਗੱਲ ਮੂਹਰੇ ਕਰਦਾ ਹੁੰਦਾ ਕਿ ਅਕਾਲੀਆਂ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਜਦੋਂ ਇਹ ਸੱਤਾ ਦੇ ਵਿੱਚ ਹੁੰਦੇ ਆ ਤੇ ਇਹ ਸਿੱਖੀ ਤੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਬਿਲਕੁਲ ਦਰਕਨਾਰ ਕਰ ਦਿੰਦੇ ਆ। ਇਹਨਾਂ ਨੂੰ ਕਦੇ ਵੀ ਉਹ ਯਾਦ ਨਹੀਂ ਰੱਖਦੇ, ਤੇ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਆ ਉਦੋਂ ਉਹਨਾਂ ਨੂੰ ਚੇਤੇ ਰਹਿੰਦਾ ਆ ਕਿ ਹਾਂ ਜੀ ਫਲਾਨੀ ਮੰਗ ਜਿਹੜੀ ਸਿੱਖਾਂ ਦੀ ਸੀ ਉਹ ਪੂਰੀ ਹੋਣੀ ਚਾਹੀਦੀ ਸੀ, ਜਾਂ ਫਲਾਨਾ ਮਸਲਾ ਜਿਹੜਾ ਉਹ ਸਿੱਖਾਂ ਦਾ ਸੀਗਾ ਤੇ ਹੁਣ ਅਕਾਲੀ ਦਲ ਉਹਦੇ ਵਾਸਤੇ ਕੋਸ਼ਿਸ਼ਾਂ ਕਰੂਗਾ, ਜੰਗ ਜਾਰੀ ਕਰੂਗਾ। ਔਰ ਫਿਰ ਇਸ ਤੋਂ ਬਾਅਦ ਹੁਣ ਕੀ ਆਖੀਏ। ਸੋ ਇਹ ਬੜੀ ਤਕਲੀਫ ਦੀ ਗੱਲ ਹੋ ਚੁੱਕੀ ਹੈ ਕਿ ਬੰਦੀ ਸਿੰਘਾਂ ਦੇ ਵਾਸਤੇ ਕੋਈ ਗੱਲ ਕਰਨ ਵਾਲਾ ਹੀ ਨਹੀਂ ਰਿਹਾ ਗਾ। ਬੰਦੀ ਸਿੰਘਾਂ ਦੀ ਜਿਹੜੀ ਗੱਲ ਕੋਈ ਕਰਦਾ ਆ ਤੇ ਉਹਨੂੰ ਬਿਲਕੁਲ ਪਾਸੇ ਰੱਖ ਦਿੱਤਾ ਜਾਂਦਾ। ਤਾਂ ਹੁਣ ਇਹ ਭਾਈ ਬਲਵੰਤ ਸਿੰਘ ਰਾਜੂ ਹਨਾ, ਜਿਨ੍ਹਾਂ ਨੂੰ ਹੁਣ ਇਨਸਾਫ ਦੀ ਮੰਗ ਕਰਦਿਆਂ ਔਰ ਉਹ ਪਿਛਲੇ ਦਿਨੀ ਲਗਾਤਾਰ ਉਹਨਾਂ ਦੀ ਭੈਣ ਬੰਨਿਓ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਔਰ ਵਾਰ-ਵਾਰ ਜਿਹੜੀਆਂ ਨੇ ਜਥੇਬੰਦੀਆਂ ਤੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਆ। ਔਰ ਗੱਲ ਇਹੀ ਹੈ ਕਿ ਘੱਟੋ ਘੱਟ ਹਕੂਮਤਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਆ, ਪਰ ਕੀ ਆਖੀਏ, ਇੱਥੇ ਬਿਲਕੁਲ ਹੀ ਚੁੱਪ ਵੱਟੀ ਹੋਈ ਆ ਔਰ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਹਨਨ ਹੋ ਰਿਹਾ। ਦੂਸਰੇ ਪਾਸੇ ਹੁਣ ਬਲਵੰਤ ਸਿੰਘ ਰਾਜੋਆਣਾ ਦੀ ਇੱਕ ਪਾਸੇ ਚਿੱਠੀ ਆਈ ਹੈ ਤਾਂ ਦੂਸਰੀ ਖਬਰ ਦੇ ਮੁਤਾਬਕ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਪਟੀਸ਼ਨ ਦੇ ਨਿਪਟਾਰੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਉੱਤੇ
ਦਿੱਲੀ ਕਮੇਟੀ ਨੂੰ ਪੱਤਰ ਜਾਰੀ ਕੀਤਾ ਗਿਆ। ਤਾਂ ਪੱਤਰ ਵਿੱਚ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਿਛਲੇ 28 ਸਾਲਾਂ ਤੋਂ ਜੇਲ੍ਹ 'ਚ ਨਜ਼ਰਬੰਦ ਅਤੇ 17 ਸਾਲਾਂ ਤੋਂ ਮਹਿਜ਼ 8 ਫੁੱਟ ਦੀ ਫਾਂਸੀ ਦੀ ਚੱਕੀ ਵਿੱਚ ਬੰਦ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸੰਬੰਧੀ ਪਟੀਸ਼ਨ ਤੇ ਜਲਦ ਫੈਸਲਾ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਕੇਂਦਰ ਸਰਕਾਰ ਕੋਲੇ ਪੈਰਵਾਈ ਕਰਨ ਸੰਬੰਧੀ ਲਿਖਤੀ ਆਦੇਸ਼ ਪੱਤਰ ਜਾਰੀ ਕਰ ਦਿੱਤਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਆਦੇਸ਼ਾਂ ਉੱਤੇ ਸਕੱਤਰਤ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜੇ ਗਏ ਪੱਤਰ ਵਿੱਚ ਆਖਿਆ ਗਿਆ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਾਲ 2012 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸੰਬੰਧੀ ਰਾਸ਼ਟਰਪਤੀ ਕੋਲੇ ਪਾਈ ਪਟੀਸ਼ਨ ਤੇ 11 ਸਾਲ ਬੀਤ ਜਾਣ ਦੇ ਉੱਤੇ ਵੀ ਕੋਈ ਫੈਸਲਾ ਅਮਲ ਵਿੱਚ ਨਹੀਂ ਆਇਆ। ਇੱਥੇ ਇੱਕ ਗੱਲ ਹੈਰਾਨੀ ਦੀ ਗੱਲ ਆ ਕਿ ਰਾਸ਼ਟਰਪਤੀ ਇੱਕ ਅਜਿਹੀ ਸੁਪਰੀਮ ਪਾਵਰ ਹੁੰਦਾ ਜਿਹੜਾ ਕੋਈ ਫੈਸਲਾ ਲੈ ਸਕਦਾ, ਪਰ ਇੱਥੇ ਤਾਂ ਹੈਰਾਨੀ ਇਸ ਦੀ ਆ ਕਿ ਇਹ ਰਾਸ਼ਟਰਪਤੀ ਹੀ ਨਹੀਂ ਫੈਸਲਾ ਕਰ ਪਾ ਰਿਹਾ। 12 ਸਾਲ ਹੋ ਚੱਲੇ ਆ, ਰਾਸ਼ਟਰਪਤੀ ਨੂੰ ਪਤਾ ਨਹੀਂ ਕੀ ਚੱਕਰ ਬਣਿਆ ਹੋਇਆ ਆ। ਸੁਪਰੀਮ ਕੋਰਟ ਨੇ ਤਾਂ ਕਰਨਾ ਹੀ ਕੀ ਹੋਇਆ, ਉਹਨੇ ਤਾਂ ਕੋਈ ਫੈਸਲਾ ਦੇਣਾ ਨਹੀਂ। ਹਾਲਾਂਕਿ ਅਸੀਂ ਦੋਵਾਂ ਦਾ ਸਤਿਕਾਰ ਕਰਦੇ ਹਾਂ, ਪਰ ਹੈਰਾਨੀ ਦੀ ਗੱਲ ਆ ਕਿ ਜੇ ਇੱਥੇ ਮਨੁੱਖੀ ਅਧਿਕਾਰਾਂ ਦੇ ਪੱਖ ਦੇ ਵਿੱਚ ਗੱਲ ਆਵੇ ਤਾਂ ਫਿਰ ਜੇ ਰਾਸ਼ਟਰਪਤੀ ਨਹੀਂ ਸੁਣ ਰਿਹਾ ਇਸ ਮੁਲਕ ਵਿੱਚ, ਸੁਪਰੀਮ ਕੋਰਟ ਨਹੀਂ ਸੁਣ ਰਹੀ, ਤਾਂ ਫਿਰ ਸਿੱਖਾਂ ਦੀ ਗੱਲ ਇਸ ਮੁਲਕ ਦੇ ਵਿੱਚ ਸੁਣੂਗਾ ਤੇ ਸੁਣੂਗਾ ਕੌਣ? ਇਹਦਾ ਮਤਲਬ ਆ ਕਿ ਫਿਰ ਜੇ ਇੱਥੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਨਹੀਂ ਕਰਵਾਇਆ ਜਾ ਰਿਹਾ ਤੇ ਫਿਰ ਹੋਰ ਕੀ ਹੈ? ਅਕਾਲੀਆਂ ਨੇ ਤਾਂ ਜਿਹੜੇ ਕਾਲੇ ਦੌਰ ਦੇ ਦੌਰਾਨ ਕਾਲੀ ਸੂਚੀ 'ਚ ਜਿਹੜੇ ਸਿੱਖ ਪਾਏ ਸੀ ਉਹਨਾਂ ਨੂੰ ਵੀ ਕਦੇ ਉਹ ਨਹੀਂ ਸਹੀ ਕਰਵਾ ਸਕੇਗੇ ਭਾਈਵਾਲੀ ਸਰਕਾਰ ਕੋਲੋਂ, ਤਾਂ ਕਿਹਦੇ ਕੋਲੋਂ ਉਮੀਦ ਕਰੀਏ? ਸਿੱਖਾਂ ਦਾ ਤਾਂ ਆਪਦਾ ਹੀ ਕੋਈ ਨਹੀਂ ਰਹੇਗਾ ਗਾ ਇਸ ਮਾਮਲੇ ਦੇ ਵਿੱਚ। ਤਾਂ ਇਸ ਦੇ ਕਾਰਨ ਜਿੱਥੇ ਭਾਈ ਰਾਜੋਆਣਾ ਦੇ ਮਨੁੱਖੀ ਅਧਿਕਾਰਾਂ ਦੀ ਭਾਰੀ ਉਲੰਘਣਾ ਹੋ ਰਹੀ ਹੈ, ਉੱਥੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜ ਰਹੀ ਹੈ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਦਾ ਜੀਵਨ ਸਿੱਖ ਕੌਮ ਦੀ ਅਮਾਨਤ ਹੈ ਅਤੇ ਉਹਨਾਂ ਦੇ ਜੀਵਨ ਨੂੰ ਸੁਰੱਖਿਅਤ ਕਰਨਾ ਸਿੱਖ ਸੰਸਥਾਵਾਂ ਦਾ ਅਹਿਮ ਫਰਜ਼ ਬਣ ਜਾਂਦਾ ਹੈ, ਜਿਸ ਕਾਰਨ ਇਸ ਕੌਮੀ ਮੁੱਦੇ 'ਤੇ ਰਾਜਨੀਤੀ ਕਰਨ ਤੋਂ ਸੰਕੋਚ ਕੀਤਾ ਜਾਵੇ। ਇੱਥੇ ਸੰਕੋਚ ਕੀ ਕੀਤਾ ਜਾਵੇ ਕਿ ਆਪਣੇ ਆਪ ਨੂੰ ਸਿੱਖ ਕਹਾਉਂਦੇ ਤੇ ਪੱਗ ਬੰਨ੍ਹ ਕੇ ਸਿੱਖੀ ਸਰੂਪ ਦੇ ਵਿੱਚ ਬਾਕੀ ਦੇਸ਼ ਨੂੰ ਲੱਗਦੇ। ਮਨਿੰਦਰਜੀਤ ਸਿੰਘ ਬਿੱਟਾ ਵਰਗੇ ਬੱਕੜਵਾਹ ਕਰਨ ਵਾਲੇ ਜਦੋਂ ਗੋਦੀ ਮੀਡੀਆ ਦੇ ਵਿੱਚ ਬੈਠ ਕੇ ਮੂੰਹ ਫਾੜ ਕੇ ਮੁੱਛਾਂ ਫੜਕਾ ਕੇ ਵਾਹ ਹਯਾਤ ਬੋਲਦਾ ਆ, ਤੇ ਉਦੋਂ ਹੈਰਾਨੀ ਆਉਂਦੀ ਆ ਕਿ ਬਾਕੀਆਂ ਨੂੰ ਐਂ ਲੱਗਦਾ ਕਿ ਬਿੱਟਾ ਜਿਹੜਾ ਆ ਉਹ ਸੱਚਾ ਦੇਸ਼ ਭਗਤ ਆ। ਇਹ ਨਹੀਂ ਪਤਾ ਕਿ ਆਪਦੇ ਆਪ ਨੂੰ ਜਿੰਦਾ ਸ਼ਹੀਦ ਕਹਾਉਣ ਵਾਲਾ ਰੀਅਲ ਵਿੱਚ ਜਿੰਦੇ ਸ਼ਹੀਦ ਵਾਲੀ ਕੋਈ ਗੱਲ ਹੀ ਨਹੀਂ, ਤੇ ਨਾ ਹੀ ਉਹ ਕਦੇ ਇਸ ਤਰੀਕੇ ਦਾ ਹੋਇਆ। ਹੁਣ ਇਹ ਮੌਜੂਦਾ ਗੱਲ ਦੇ ਬਾਰੇ ਅਕਸਰ ਸਰਬਜੀਤ ਸਿੰਘ ਜਿਹੜਾ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਮਾਰਿਆ ਗਿਆ ਸੀ, ਉਸ ਦੀ ਭੈਣ ਸਰਬਜੀਤ ਕੌਰ ਨੇ ਬਿੱਟੇ ਨੂੰ ਨਿੱਜੀ ਰੂਪ ਦੇ ਵਿੱਚ ਨੇੜੇ ਹੋ ਕੇ ਦੇਖਿਆ ਸੀ, ਤਾਂ ਉਹਨੇ ਵੀ ਗੱਲ ਕੀਤੀ ਸੀਗਾ ਕਿ ਇਹ ਜਿਹੜਾ ਫੌੜੀਆਂ ਦੇ ਆਸਰੇ ਤੁਰ ਕੇ ਇਹ ਜੋ ਕੁਝ ਕਰਦਾ ਫਿਰਦਾ ਉਹ ਬਿਲਕੁਲ ਗਲਤ ਹੈ। ਇਹੋ ਜਿਹਿਆਂ ਦੀ ਜਦੋਂ ਗੱਲ ਕੌਮੀ ਮੀਡੀਆ 'ਤੇ ਆਉਂਦੀ ਹੈ ਤੇ ਪੂਰਾ ਦੇਸ਼ ਸੁਣਦਾ ਵੀ ਇਹ ਬਹੁਤ ਇਮਾਨਦਾਰ ਸਿੱਖ ਹੈ, ਇਹ ਦੇਸ਼ ਭਗਤ ਹੈ, ਪਰ ਇਹ ਨਹੀਂ ਪਤਾ ਕਿ ਇਹੋ ਜਿਹੇ ਟੁੱਕੜ ਬੋਚਾਂ ਦੀ ਵਜ੍ਹਾ ਕਰਕੇ ਬਹੁਤੇ ਸਿੱਖਾਂ ਦੀ ਰਿਹਾਈ ਜਿਹੜੀ ਹੈ ਉਹ ਨਹੀਂ ਹੋ ਰਹੀਗੀ। ਤਾਂ ਹੁਣ ਆਦੇਸ਼ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ 8 ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸੰਬੰਧੀ ਠੋਸ ਯਤਨਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਉਂਦਿਆਂ ਮਿੱਥੇ ਸਮੇਂ ਅੰਦਰ ਇਹਨਾਂ ਦੀ ਰਿਪੋਰਟ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ ਲਈ ਹਦਾਇਤ ਕੀਤੀ ਗਈ ਹੈ। ਦੂਸਰੇ ਪਾਸੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇਸ ਸਾਲ 2012 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 5 ਸਿੰਘ ਸਾਹਿਬਾਨ ਵੱਲੋਂ ਆਦੇਸ਼ ਦਿੱਤਾ ਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਹਰ ਸੰਭਵ ਯਤਨ ਕੀਤੇ ਜਾਣ। ਸਿੰਘ ਸਾਹਿਬ ਨੇ 5 ਸਿੰਘ ਸਾਹਿਬਾਨ ਵੱਲੋਂ ਆਦੇਸ਼ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਸੀ ਕਿ ਉਹ ਸਿੱਖ ਸੰਗਤ, ਦਲ ਪੰਥ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ, ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਟਕਸਾਲਾਂ, ਸੰਤਾਂ, ਮਹਾਂਪੁਰਸ਼ਾਂ, ਵਿਦਵਾਨਾਂ, ਬੁੱਧੀਜੀਵੀਆਂ ਅਤੇ ਸਮੁੱਚੇ ਸਿੱਖ ਪੰਥ ਨੂੰ ਨਾਲ ਲੈ ਕੇ ਵੱਡੀ ਰਣਨੀਤੀ ਉਲੀਕੋ, ਜਿਸ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਅਤੇ ਪਿਛਲੇ ਸੰਘਰਸ਼ ਦੌਰਾਨ ਜੇਲ੍ਹਾਂ ਦੇ ਵਿੱਚ ਬੰਦ ਲੰਮੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੌਮੀ ਯੋਧਿਆਂ ਨੂੰ
ਤੁਰੰਤ ਰਿਹਾ ਕਰਵਾਇਆ ਜਾਵੇ। ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਦੇਸ਼ ਦੇ ਸੰਵਿਧਾਨ ਅਨੁਸਾਰ ਸਟੇਟਾਂ ਦੀਆਂ ਵਿਧਾਨ ਸਭਾ ਦੇ ਮੈਂਬਰ, ਕੇਂਦਰ ਸਰਕਾਰ ਦੇ ਮੈਂਬਰ ਪਾਰਲੀਮੈਂਟ ਚੋਣ ਪ੍ਰਕਿਰਿਆ ਰਾਹੀਂ ਲੋਕਾਂ ਦੀਆਂ ਵੋਟਾਂ ਰਾਹੀਂ ਚੁਣੇ ਜਾਂਦੇ ਆ ਅਤੇ ਪ੍ਰਧਾਨ ਮੰਤਰੀ, ਦੇਸ਼ ਦਾ ਰਾਸ਼ਟਰਪਤੀ ਵੀ ਇਸੇ ਵਿਧੀ ਨਾਲ ਚੋਣ ਪ੍ਰਕਿਰਿਆ ਰਾਹੀਂ ਚੁਣੇ ਜਾਂਦੇ ਆ ਤੇ ਅੱਗੇ ਸੂਬਿਆਂ ਦੇ ਗਵਰਨਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 1925 ਤੋਂ ਹੀ ਵੋਟਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਪ੍ਰਧਾਨ ਨੂੰ ਚੁਣਿਆ ਜਾਂਦਾ ਆ। ਵੱਡੇ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਹੁਕਮਰਾਨ ਦੇਸ਼ ਦੇ ਸੰਵਿਧਾਨ ਅਨੁਸਾਰ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਮਾਮਲੇ ਤੇ ਦਸਤਖਤੀ ਮੁਹਿੰਮ ਦੌਰਾਨ ਸੰਗਤਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਭਰੇ ਗਏ ਫਾਰਮਾਂ ਨੂੰ ਲੈਣ ਲਈ ਪੰਜਾਬ ਦੇ ਗਵਰਨਰ ਵੱਲੋਂ ਮਿਲਣ ਦਾ ਸਮਾਂ ਹੀ ਨਾ ਦੇਣਾ ਬਹੁਤ ਮੰਦਭਾਗਾ। ਇੱਥੇ ਗਵਰਨਰ ਹੀ ਜਿਹੜਾ ਆ ਲੋਹੇ ਦਾ ਥਣ ਬਣਿਆ ਬੈਠਾ ਆ। ਸਿੱਖ ਕੌਮ ਨਾਲ ਬਹੁਤ ਵੱਡੀ ਬੇਇਨਸਾਫੀ ਹੈ ਅਤੇ ਦੇਸ਼ ਦੇ ਸੰਵਿਧਾਨ ਦੀ ਇਹ ਉਲੰਘਣਾ ਆ। ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨਾਲ ਸਰਕਾਰਾਂ ਵੱਲੋਂ ਅਜਿਹੇ ਕੀਤੇ ਜਾ ਰਹੇ ਵਿਹਾਰ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਤੇ ਕੇਂਦਰ ਸਰਕਾਰ ਜਲਦ ਤੋਂ ਜਲਦ ਰਿਹਾਈ ਦਾ ਐਲਾਨ ਕਰੇ ਅਤੇ ਲੰਮੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੌਮੀ ਯੋਧਿਆਂ ਨੂੰ ਤੁਰੰਤ ਰਿਹਾ ਕਰਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਸ਼ਾਂਤ ਕਰੇ। ਇਸੇ ਵਿੱਚ ਹੀ ਦੇਸ਼ ਦੀ ਭਲਾਈ ਹੈ, ਕਿਉਂਕਿ ਸਿੱਖਾਂ ਨੇ ਦੇਸ਼ ਦੀ ਹਰ ਮੁਸ਼ਕਲ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਆ। ਪਰ ਇੱਥੇ ਅਫਸੋਸ ਨਾਲ ਇਹ ਗੱਲ कहनी पै रही है कि जब चमन को लहू की ज़रूरत पड़ी तो हमारी ही गर्दन कटी। अब ये कहते हैं कि वतन हमारा है तुम्हारा नहीं। की आखिए इस शेर तो बाद तुसीं समझ जाते होंगे कि वाकई ही सिखां नूं वड्डी बेइनसाफी का सामना देश आज़ादी तो बाद लगातार अज तक करना पै रहा। कौन सिख नितरनगे, किहड़े सिखां दी गल करन वाले होणगे, किहड़े सिखां दे आगू होणगे। अफसोस आ कि सिख कौम दे कोले हुण कोई आगू ही नहीं रहा जिहड़ा सिखां दी बांह फड़ सके। इस अफसोस नाल ही सिख जेलां विच सड़ रहा, सिख कालियां सूचियां च आ, सिख विदेशां दे विच भटक रहे हैं, सिख आपदे घरों बेघर होए आ और खास तौर ते पंजाब दे काले दौर दे दौरान जिहड़े सिख अजे भी घरों बेघर आ, जिन्हां ने मुड़ के वतन का मूँह नहीं देखा गा। काश कदे उन्हां दी भी पुछी जाए। वो ये स्थितियां जिहड़ियां बड़ियां गंभीर आ, पर फिर भी अरदास ये कीती जा सकती है, वाहिगुरू कोई तो इहो जिहा सिख आवे अगे, कोई तो इहो जी जथेबंदी अगे आवे जिहड़ी वाकई सिखां दी बांह फड़े, जिहड़ी वाकई ही इत्थों दी हुकूमत दीयां अखां खोले और उहनूं चेते करावे कि दुनिया दे विच सब तो वध जिहड़ा घाण जिहड़ा किसी कौम नाल कीता जा रहा वो भारत विच सिखां दे नाल हो रहा, जितों कि उन्हां दीयां मंगां जिहड़ियां मनुखी अधिकारां दे पक्ष नूं मुख रख के भी नहीं मन्नियां जा रहीआं ते इस तों वध दुहाई होर सिख देण तां की देण। अगली घटना जी, पिछले दिनी श्री अकाल तख्त साहिब दे उत्ते वापरी एक घटना आ, जदों कि अकाल तख्त साहिब दी फसील तो जथेदार साहब ने बयान दिता तो उत्थे एक निहंग सिंह जिहड़ा सीगा ਉਹ ਆਇਆ। ਤਾਂ ਬੰਦੀ ਛੋੜ ਦਿਵਸ ਦੀ ਇਹ ਗੱਲ ਆ। ਸ਼੍ਰੀ ਅਕਾਲ ਤਖਤ ਸਾਹਿਬ ਸੰਬੰਧੀ ਸੋਸ਼ਲ ਮੀਡੀਆ ਤੇ ਚੱਲ ਰਹੀ ਖਬਰ ਬਾਰੇ ਸਿੰਘ ਸਾਹਿਬਾਨ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਨੇ ਵੀ ਹੁਣ ਸਪਸ਼ਟੀਕਰਨ ਦਿੱਤਾ ਹੈ, ਕਿਉਂਕਿ ਉਸ ਦਿਨ ਸਿੰਘ ਸਾਹਿਬਾਨ ਬੋਲ ਰਹੇ ਸੀ ਤਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਇੱਕ ਨਿਹੰਗ ਨੇ ਆ ਕੇ ਉੱਥੇ ਮਾਈਕ ਫੜ ਕੇ ਬੋਲਣਾ ਸ਼ੁਰੂ ਕਰ ਦਿੱਤਾ, ਜਦੋਂ ਕਿ ਉੱਥੇ ਇਹ ਮਰਜ਼ਾਦਾ ਨਹੀਂ ਹੈਗੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੀਆਂ 5 ਸਿੰਘ ਸਾਹਿਬਾਨ ਤੋਂ ਬਿਨਾਂ ਉੱਥੋਂ ਕੋਈ ਸੰਬੋਧਨ ਕੌਮ ਨੂੰ ਨਹੀਂ ਕਰ ਸਕਦਾ। ਜਦੋਂ ਕਿ ਉਸ ਨਿਹੰਗ ਸਿੰਘ ਨੇ ਉਸ ਨੂੰ ਐਵੇਂ ਗੱਲ ਸਮਝ ਲਿਆ ਜਿਹੜਾ ਤਖਤ ਸਾਹਿਬ ਸ਼੍ਰੀ ਗੁਰੂ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਬਾਬਾ ਬੁੱਢਾ ਜੀ ਨੇ ਆਪਦੇ ਹੱਥੀਂ ਤਿਆਰ ਕੀਤਾ, ਉਸ ਤਖਤ ਸਾਹਿਬ ਦੇ ਉੱਤੋਂ ਕੋਈ ਆਮ ਮਨੁੱਖ ਆ ਕੇ ਕਿਵੇਂ ਇਸ ਤਰੀਕੇ ਦੀ ਹਰਕਤ ਕਰ ਸਕਦਾ। ਇਹ ਵਾਕਈ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਤੇ ਇਸ ਦੇ ਬਾਰੇ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਨੇ ਸਪਸ਼ਟੀਕਰਨ ਇਹ ਦਿੱਤਾ ਆ ਕਿ ਪੁਰਾਤਨ ਰਵਾਇਤ ਮੁਤਾਬਕ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਅਤੇ ਸਮੁੱਚੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਵੈ ਪੜ੍ਹੇ ਜਾਂਦੇ ਆ ਤੇ ਇਹ ਰਵਾਇਤ ਸਤਿਗੁਰ ਦੇ ਸਮੇਂ ਤੋਂ ਚੱਲੀ ਆ ਰਹੀ ਹੈ।
ਬੰਦੀ ਛੋੜ ਦਿਵਸ ਦੇ ਸਮੇਂ ਪੜ੍ਹਨ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੁੱਢਾ ਦਲ ਦੇ ਮੁਖੀ ਨੂੰ ਅਤੇ ਸਮੁੱਚੇ ਨਿਹੰਗ ਸਿੰਘ ਦਲਾਂ ਦੇ ਮੁਖੀ ਸਹਿਬਾਨ ਨੂੰ ਸਨਮਾਨਿਤ ਕਰਦੇ ਆ ਤੇ ਇਸ ਵਾਰ ਵੀ ਸਤਿਗੁਰਾਂ ਦੀ ਕਿਰਪਾ ਸਦਕਾ ਮਰਜ਼ਾਦਾ ਵਿੱਚ ਰਹਿ ਕੇ ਸਾਰੇ ਕਾਰਜ ਪੂਰੇ ਹੋਏ ਆ। ਇਹ ਜੋ ਬਿਆਨ ਆਇਆ ਆ ਇਹ ਬਾਬਾ ਬਲਵੀਰ ਸਿੰਘ ਦਾ ਆਇਆ। ਇਸ ਉਪਰੰਤ ਬੁੱਢਾ ਦਲ ਦੇ ਮੁਖੀ ਅਤੇ ਸਮੁੱਚੇ ਨਿਹੰਗ ਸਿੰਘ ਦਲਾਂ ਦੇ ਮੁਖੀ ਸਾਹਿਬਾਨ ਦੇ ਜਾਣ ਪਿੱਛੋਂ ਸੋਸ਼ਲ ਮੀਡੀਆ ਤੇ ਜੋ ਖਬਰ ਵਾਇਰਲ ਕੀਤੀ ਜਾ ਰਹੀ ਹੈ ਉਹ ਬਿਨਾਂ ਘੋਖ ਪੜਤਾਲ ਕੀਤਿਆਂ ਨਹੀਂ ਸੀ ਲਾਉਣੀ ਚਾਹੀਦੀ। ਇਸ ਦੀ ਜਾਂਚ ਪੜਤਾਲ ਅਤ ਜ਼ਰੂਰੀ ਹੈ। ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਪੰਜਵਾਂ ਤਖਤ ਦੇ ਸਮੁੱਚੇ ਹੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਣ ਬਾਣ ਸ਼ਾਨ ਅਤੇ ਮਰਜ਼ਾਦਾ ਤੇ ਪਹਿਰਾ ਦਿੰਦੇ ਆਏ ਆ ਤੇ ਅੱਗੇ ਵੀ ਪਹਿਰਾ ਦਿੰਦੇ ਰਹਿਣਗੇ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਜਿਸ ਦਿਨ ਸੀਗਾ ਬੰਦੀ ਛੋੜ ਦਿਵਸ, ਆਪਾਂ ਉਦੋਂ ਦੀ ਗੱਲ ਕਰਦੇ ਪਏ ਹਾਂ ਕਿ ਕੁਝ ਨਿਹੰਗ ਸਿੰਘ ਅਚਾਨਕ ਪਹੁੰਚ ਗਏ ਤੇ ਮਾਈਕ ਤੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਦੌਰਾਨ ਉੱਥੇ ਤਾਇਨਾਤ ਸੇਵਾਦਾਰਾਂ ਵੱਲੋਂ ਤੁਰੰਤ ਮਾਈਕ ਬੰਦ ਕਰ ਦਿੱਤਾ ਅਤੇ ਸਖਤ ਮੁਸ਼ੱਕਤ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਇਤਿਹਾਸਕ ਫਸੀਲ ਤੋਂ ਹੇਠਾਂ ਉਤਾਰਿਆ ਗਿਆ। ਇਹ ਉਹ ਫਸੀਲ ਹੈ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਦੇ ਨਾਂ ਦੇ ਉੱਤੇ ਸੰਦੇਸ਼ ਜਾਰੀ ਕਰਦੇ ਨੇ ਤੇ ਇਸ ਫਸੀਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਹੋਰ ਕੋਈ ਵੀ ਸੰਦੇਸ਼ ਜਾਂ ਸੰਬੋਧਨ ਨਹੀਂ ਕਰ ਸਕਦਾਗਾ। ਬੰਦੀ ਛੋੜ ਦਿਵਸ ਮੌਕੇ ਵੀ ਸ਼ਾਮ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੌਮ ਦੇ ਨਾਂ ਤੇ ਸੰਦੇਸ਼ ਜਾਰੀ ਕੀਤਾ ਗਿਆ। ਇਸ ਦੌਰਾਨ ਸੰਦੇਸ਼ ਦੇਣ ਤੋਂ ਬਾਅਦ ਜਦੋਂ ਉਹ ਉੱਥੋਂ ਚਲੇ ਗਏ ਤਾਂ ਥੋੜ੍ਹੀ ਦੇਰ ਬਾਅਦ ਕੁਝ ਨਿਹੰਗ ਸਿੰਘ ਅਚਾਨਕ ਫਸੀਲ 'ਤੇ ਆ ਗਏ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਇਸ ਦੌਰਾਨ ਇੱਕ ਨਿਹੰਗ ਸਿੰਘ ਨੇ ਮਾਈਕ ਹੱਥ 'ਚ ਫੜਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਸੀ, ਜਿਸ 'ਤੇ ਤੁਰੰਤ ਮਾਈਕ ਬੰਦ ਕਰ ਦਿੱਤਾ ਤੇ ਨਿਹੰਗ ਸਿੰਘਾਂ ਨੂੰ ਫਸੀਲ ਤੋਂ ਹੇਠਾਂ ਉਤਾਰ ਦਿੱਤਾ ਗਿਆ। ਇਸ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਿੱਥੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ, ਉੱਥੇ ਹੀ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪਾਸੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਨਾਲ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਹ ਉਹ ਫਸੀਲ ਹੈ ਜਿੱਥੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਦੇ ਉੱਤੇ ਸੰਦੇਸ਼ ਦਿੱਤਾ ਗਿਆ ਆ ਤੇ ਇਸ ਪਵਿੱਤਰ ਥਾਂ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਇੱਥੇ ਗੁਰੂ ਸਾਹਿਬ ਜੀ ਦੇ ਸ਼ਸਤਰ ਨੇ ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਤੇ ਇਸ ਪਵਿੱਤਰ ਜਗ੍ਹਾ ਤੇ ਆ ਕੇ ਇੱਕ ਸਿੰਘ ਵੱਲੋਂ ਜੋ ਮੂੰਹ 'ਚ ਆਇਆ ਉਹ ਬੋਲਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਗੱਲਬਾਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਤਾਂ ਇਸ ਬਾਰੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਗੱਲਬਾਤ ਕਰਦਿਆਂ ਕਿਹਾ ਹੈ ਕਿ ਬੰਦੀ ਛੋੜ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਗਭਗ 40 ਦੇ ਲਗਭਗ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਮੁਖੀਆਂ ਦਾ ਸਨਮਾਨ ਕੀਤਾ ਜਾਂਦਾ ਆ ਤੇ ਪੁਰਾਤਨ ਚੱਲਦੀ ਆ ਰਹੀ ਜਿਹੜੀ ਪਰੰਪਰਾ ਦੇ ਅਨੁਸਾਰ ਮਾਣ ਸਨਮਾਨ ਤੋਂ ਬਾਅਦ ਨਿਹੰਗ ਸਿੰਘ ਮੁਖੀਆਂ ਨੇ ਸਵਈਏ ਦਾ ਪਾਠ ਕੀਤਾ, ਜਿਸ ਦੀ ਸਮਾਪਤੀ ਉਪਰੰਤ ਇੱਕ ਸ਼ਰਾਰਤੀ ਅਨਸਰ ਜੋ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ ਨੇ ਮਾਈਕ ਫੜ ਕੇ ਕੁਝ ਊਲ ਜਲੂਲ ਬੋਲਣਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਹਾਜ਼ਰ ਸਿੰਘਾਂ ਨੇ ਮਾਈਕ ਬੰਦ ਕੀਤਾ ਤੇ ਸ਼ਰਾਰਤੀ ਅਨਸਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਬਾਹਰ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਹੋਈ ਅਵੱਗਿਆ ਲਈ ਸੰਬੰਧਿਤ ਵਿਅਕਤੀ ਦੀ ਜਾਂਚ ਪੜਤਾਲ ਚੱਲ ਰਹੀ ਹੈ। ਪਤਾ ਲੱਗਣ 'ਤੇ ਸੰਬੰਧਿਤ ਵਿਅਕਤੀ ਅਤੇ ਜਥੇਬੰਦੀ ਉੱਪਰ ਕਾਰਵਾਈ ਕੀਤੀ ਜਾਵੇਗੀ। ਔਰ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇਹ ਕੋਈ ਨਿਹੰਗ ਸਿੰਘ ਨਹੀਂ ਸੀ, ਇਹ ਸਗੋਂ ਕੋਈ ਜਾਲੀ ਬੰਦਾ ਸੀਗਾ ਜਿਹੜਾ ਸਿੱਖ ਕੌਮ ਦੀ ਜਿਹੜੀ ਮਰਜ਼ਾਦਾ ਆ ਉਸ ਦੇ ਨਾਲ ਖਿਲਵਾੜ ਕਰਨਾ ਚਾਹੁੰਦਾ ਸੀ ਤੇ ਉਸਨੇ ਖਿਲਵਾੜ ਕੀਤਾ। ਨਹੀਂ ਤਾਂ ਜੇ 40 ਜਥੇਬੰਦੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਗੁਰੂ ਸਾਹਿਬਾਂ ਦੇ ਵੇਲੇ ਤੋਂ ਸਨਮਾਨਿਤ ਕੀਤਾ ਜਾਂਦਾ ਆ ਤੇ ਜ਼ਾਹਿਰ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਅੱਜ ਵੀ ਉਸ ਪਰੰਪਰਾ ਦਾ ਪਾਲਣ ਕਰਦੀਆਂ ਤੇ ਜੇ ਕੋਈ ਇਹੋ ਜਿਹੀ ਅਵੱਗਿਆ ਕਰਦਾ ਹੈ ਜਾਹਿਲ ਨਾੜੀ ਜਾਂ ਫਿਰ ਉਹ ਕਿਸੇ ਦਾ ਭੇਜਿਆ ਹੋਇਆ ਗਲਤ ਅਨਸਰ ਹੋ ਸਕਦਾ ਹੈ ਜਿਹੜਾ ਸਿੱਖ ਰਹਿਤ ਮਰਜ਼ਾਦਾ ਦੇ ਮਾਮਲੇ ਦੇ ਵਿੱਚ ਉਸ ਨੂੰ ਭੰਗ ਕਰਨ ਦੀ ਜਿਹੜੀ ਨਾਪਾਕ ਉਸ ਦੀ ਕੋਸ਼ਿਸ਼ ਹੈ। ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਵੀ ਸਾਹਮਣੇ ਆ ਜਾਵੇਗੀ। ਅਗਲੀ ਖਬਰ ਵੱਲ ਆਉਂਦੇ ਹਾਂ ਜੀ। ਬਿਹਾਰ ਵਾਕਿਆ ਹੀ ਇੱਕ ਅਜਿਹਾ ਸੂਬਾ ਬਣ ਚੁੱਕਿਆ ਆ ਜਿੱਥੇ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਅਕਸਰ ਵਿਗੜੀ ਰਹਿੰਦੀ ਹੈ। ਅਕਸਰ
ਉੱਥੋਂ ਦੇ ਬਹੁਤ ਸਾਰੇ ਜਿਹੜੇ ਮਾਫੀਆ ਆ ਉਹ ਕੋਈ ਨਾ ਕੋਈ ਹਰਕਤਾਂ ਕਰਦੇ ਰਹਿੰਦੇ ਆ, ਪਰ ਕੋਈ ਨਿਆਂ ਕਾਨੂੰਨ ਦਾ ਪ੍ਰਬੰਧ ਉੱਥੇ ਸਹੀ ਨਹੀਂ ਹੈ। ਰੇਤ ਮਾਫੀਆ ਨੇ ਟਰੈਕਟਰ ਹੇਠਾਂ ਦਰੜ ਕੇ ਇੱਕ ਇੰਸਪੈਕਟਰ ਮਾਰ ਦਿੱਤਾ ਤਾਂ ਉੱਥੋਂ ਦਾ ਇੱਕ ਮੰਤਰੀ ਬੋਲਿਆ ਕੋਈ ਗੱਲ ਨਹੀਂ, ਅਜਿਹਾ ਤਾਂ ਹੁੰਦਾ ਹੀ ਰਹਿੰਦਾ ਹੈ। ਤਾਂ ਬਿਹਾਰ ਦੇ ਵਿੱਚ ਨਜਾਇਜ਼ ਕਾਰੋਬਾਰੀਆਂ ਦੇ ਹੌਸਲੇ ਬੁਲੰਦ ਨੇ। ਜੁੰਬਈ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰ ਰੇਤ ਨਾਲ ਲੱਦੇ ਤੇਜ਼ ਰਫ਼ਤਾਰ ਟਰੈਕਟਰ ਨੇ ਪੁਲਿਸ ਟੀਮ ਨੂੰ ਦਰੜ ਦਿੱਤਾ, ਜਿਸ ਵਿੱਚ ਥਾਣੇਦਾਰ ਪ੍ਰਭਾਤ ਰੰਜਨ ਦੀ ਮੌਤ ਹੋ ਗਈ ਹੈ ਤੇ ਹੋਮਗਾਰਡ ਰਜੇਸ਼ ਕੁਮਾਰ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚਾਲਕ ਟਰੈਕਟਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਰੇਤ ਦੀ ਨਜਾਇਜ਼ ਮਾਈਨਿੰਗ ਤੇ ਆਵਾਜਾਈ ਦੀ ਸੂਚਨਾ ਉੱਤੇ ਪੁਲਿਸ ਉੱਥੇ ਕਾਰਵਾਈ ਕਰਨ ਗਈ ਸੀ। SI ਪ੍ਰਭਾਤ ਰੰਜਨ ਅਪਰ 2018 ਬੈਚ ਦੇ ਥਾਣੇਦਾਰ ਸਨ। ਉਹ ਮੂਲ ਤੌਰ ਤੇ ਵਿਸ਼ਾਲੀ ਜ਼ਿਲ੍ਹੇ ਦੇ ਬਲਗਾਮ ਥਾਣਾ ਖੇਤਰ ਅਧੀਨ ਭਗਵਾਨਪੁਰ ਖਜੂਰੀ ਦੇ ਰਹਿਣ ਵਾਲੇ ਸਨ। MP ਡਾਕਟਰ ਯੋਰੀਆ ਸ਼ੁਮਨ ਨੇ ਦੱਸਿਆ ਕਿ ਮਾਮਲੇ ਵਿੱਚ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਆ ਤੇ ਟਰੈਕਟਰ ਮਾਲਕ ਨਵਾਦਾ ਜ਼ਿਲ੍ਹੇ ਦੇ ਕ੍ਰਿਸ਼ਨਾ ਰਵਿਦਾਸ ਤੇ ਉਸ ਦੀ ਸਹਿਯੋਗੀ ਦੀ ਪਛਾਣ ਕਰ ਲਈ ਗਈ ਹੈ। ਸਹਿਯੋਗੀ ਮਿਥਲੇਸ਼ ਠਾਕਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ। ਉਧਰ ਹੁਣ ਥਾਣੇਦਾਰ ਦੀ ਤਾਂ ਇਸ ਮਾਮਲੇ 'ਚ ਮਾਫੀਏ ਨੇ ਹੱਤਿਆ ਕਰ ਦਿੱਤੀ ਹੈ, ਤਾਂ ਇਸ ਮਾਮਲੇ ਉੱਤੇ ਜਿਹੜੇ ਬਿਹਾਰ ਦੇ ਸਿੱਖਿਆ ਮੰਤਰੀ ਪ੍ਰੋਫੈਸਰ ਚੰਦਰ ਸ਼ੇਖਰ ਨੇ ਇੱਕ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਹੈ ਤੇ ਘਿਰ ਗਿਆ ਹੈ। ਮੰਗਲਵਾਰ ਨੂੰ ਇਸ ਨਾਲ ਸੰਬੰਧਿਤ ਸਵਾਲ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਅਜਿਹੀਆਂ ਘਟਨਾਵਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹੈ। ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਉਹਦਾ ਮਤਲਬ ਕੀ ਹੈ ਕਿ ਜ਼ਿੰਦਗੀ ਜਿਹੜੀ ਹੈ, ਚਿੜੀਆਂ ਦੀ ਮੌਤ ਗਵਾਰਾ ਦਾ ਹਾਸਾ, ਬੰਦੇ ਦੀ ਜ਼ਿੰਦਗੀ ਦੀ ਕੋਈ ਔਕਾਤ ਨਹੀਂ, ਕੋਈ ਬੁੱਕਤ ਨਹੀਂ ਇਹਨਾਂ ਲੀਡਰਾਂ ਇਹਨਾਂ ਮੰਤਰੀਆਂ ਦੇ ਨਜ਼ਰਾਂ ਦੇ ਵਿੱਚ। ਇਹਦਾ ਮਤਲਬ ਆ ਕਿ ਫਿਲਮਾਂ ਜੋ ਵਿਖਾਉਂਦੀਆਂ ਉਹ ਸਹੀ ਵਿਖਾਉਂਦੀਆਂ ਆ, ਔਰ ਫਿਰ ਉਹ ਬਿਹਾਰ ਦੇ ਵਿੱਚ ਜੋ ਕੁਝ ਵੀ ਇਸ ਤਰੀਕੇ ਦਾ ਹੁੰਦਾ। ਔਰ ਅਸੀਂ ਨਾਇਕ ਫਿਲਮ ਦੇ ਵਿੱਚ ਵੀ ਦੇਖਿਆ ਆ, ਜਦੋਂ ਪ੍ਰੇਸ਼ ਰਾਵਲ ਦੇਖਦਾ ਆ ਕਿ ਅਨਿਲ ਕਪੂਰ ਦੇ ਸਵਾਲਾਂ ਦੇ ਜਵਾਬ ਦਿੰਦਾ ਮੰਤਰੀ ਅਮਰੀਸ਼ ਪੁਰੀ ਜਿਹੜਾ ਹੁੰਦਾ ਆ, ਉਹ ਕਹਾਣੀ ਦਿਖਾਈ ਗਈ ਆ ਕਿਸ ਤਰੀਕੇ ਮਹਾਰਾਸ਼ਟਰ ਵਿੱਚ ਅੱਗ ਬਲਦੀ ਆ ਔਰ ਪੂਰਾ ਪੱਤਰਕਾਰ ਉਹਦੀ ਜਿਹੜੀ ਗੱਲ ਆ ਫਰੋਲ ਕੇ ਸਾਹਮਣੇ ਰੱਖ ਦਿੰਦੇ ਆ। ਤਾਂ ਪ੍ਰੇਸ਼ ਰਾਵਲ ਉੱਥੇ ਇੱਕ ਗੱਲ ਦਾ ਬੜਾ ਅਜੀਬ ਜਵਾਬ ਦਿੰਦਾ ਜਿਹੜੀ ਵਾਕਈ ਬਿਹਾਰ ਦੇ ਉੱਤੇ ਢੁੱਕਦੀ ਆ ਕਿ ਪਤਾ ਨਹੀਂ ਜਬ ਸੇ ਬਿਹਾਰ ਹੋਕਰ ਆਏ ਹੈ ਕਿਆ ਅੰਟ ਸ਼ੰਟ ਬਕੇ ਜਾ ਰਹੇ ਹੈ। ਸ਼ਾਇਦ ਇੱਦਾਂ ਹੀ ਹੁੰਦਾ ਹੈ ਕਿ ਉੱਥੇ ਆਹ ਕੁਛ ਹੋ ਹੀ ਜਾਂਦਾ ਆ। ਤਾਂ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਜ਼ਾਹਿਰ ਹੈ ਕਿ ਨਾਇਕ ਫਿਲਮ ਵਾਲੇ ਡਾਇਰੈਕਟਰ ਜਾਂ ਕਹਾਣੀਕਾਰ ਨੇ ਕੁਛ ਵੀ ਗਲਤ ਉਸ ਫਿਲਮ ਦੇ ਵਿੱਚ ਨਹੀਂ ਸੀ ਕੀਤਾ, ਤੇ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਕਿ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਵਿੱਚ ਪੁਲਿਸ 'ਤੇ ਹਮਲੇ ਨਹੀਂ ਹੁੰਦੇ? ਅਜਿਹੀਆਂ ਘਟਨਾਵਾਂ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ। ਤੇ ਇਸ ਹਾਦਸੇ ਵਿੱਚ ਮੈਂ ਫਿਰ ਦੱਸ ਦੇਣਾ ਚਾਹੂੰਗਾ ਕਿ ਇੱਕ ਇੰਸਪੈਕਟਰ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਜ਼ਖਮੀ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਜਮੂਈ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਨਤੀਸ਼ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਆ। ਮਿਲੇ ਵੇਰਵੇ ਅਨੁਸਾਰ ਬੀਤੀ ਸਵੇਰ ਰੇਤ ਮਾਫੀਆ ਨੇ ਸੜਕ ਤੇ ਚੈਕਿੰਗ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਟਰੈਕਟਰ ਹੇਠ ਦਰੜ ਦਿੱਤਾ ਸੀ, ਜਿਸ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੀ ਮੌਤ ਹੋ ਗਈ। ਇਸ ਪੁਲਿਸ ਮੁਲਾਜ਼ਮ ਦਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ, ਜਦੋਂ ਕਿ ਇੱਕ ਮਾਰਿਆ ਗਿਆ। ਜਦੋਂ ਕਿ ਹੁਣ ਗੱਲ ਇਹ ਹੈ ਕਿ ਸਿੱਖਿਆ ਮੰਤਰੀ ਦਾ ਜੋ ਹੈਰਾਨੀਜਨਕ ਬਿਆਨ ਆਇਆ ਹੈ, ਉਹਦਾ ਮਤਲਬ ਹੈ ਕਿ ਉੱਥੇ ਲੋਕਾਂ ਦੀ ਜ਼ਿੰਦਗੀ ਬੜੀ ਸਸਤੀ ਹੈ। ਉਹ ਕਹਿੰਦਾ ਜੀ ਇਹ ਤਾਂ ਆਮ ਜਿਹੀਆਂ ਗੱਲਾਂ, ਇਹ ਤਾਂ ਹੁੰਦੀਆਂ ਹੀ ਰਹਿੰਦੀਆਂ, ਘਟਨਾਵਾਂ ਅਜਿਹੀਆਂ ਵਾਪਰਦੀਆਂ ਹੀ ਰਹਿੰਦੀਆਂ। ਪਰ ਸਵਾਲ ਇਹ ਹੈ ਕਿ ਇਹ ਘਟਨਾਵਾਂ ਤਾਂ ਵਾਪਰਦੀਆਂ, ਇਹ ਇੱਕ ਅਪਰਾਧ ਹੈ। ਮੁਲਜ਼ਮਾਂ ਨੂੰ ਕਾਨੂੰਨ ਅਨੁਸਾਰ ਕੀ ਸਜ਼ਾ ਮਿਲੇਗੀ? ਅਪਰਾਧੀ ਹਨ ਤਾਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਆ। ਅਪਰਾਧੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ, ਉਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਡੱਕਿਆ ਜਾਣਾ ਚਾਹੀਦਾ। ਕੀ ਹੋਊਗਾ ਕਿ ਇੱਦਾਂ ਹੀ ਚੱਲਦਾ ਰਹੂ ਬਿਹਾਰ ਦੇ ਵਿੱਚ, ਕਿ ਇੱਦਾਂ ਹੀ ਨਿਆਂ ਕਾਨੂੰਨ ਦੀ ਸਥਿਤੀ ਵਿਗੜੀ ਰਹੂਗੀ, ਜਾਂ ਫਿਰ ਰਾਜਨੀਤੀ ਇੱਦਾਂ ਹੀ ਹੁੰਦੀ ਰਹੂਗੀ? ਵਾਕਿਆ ਬੜਾ ਅਫਸੋਸ ਦੀ ਗੱਲ ਆ ਕਿ ਦੇਸ਼ ਆਜ਼ਾਦ ਹੋ ਗਿਆ, ਪਰ ਫਿਰ ਵੀ ਮਨੁੱਖਾਂ ਦੀ ਕੋਈ ਕਦਰ ਨਹੀਂ, ਕਿਸੇ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ, ਤੇ ਕਿਤੇ ਮਨੁੱਖਾਂ ਦੀ ਜਿਹੜੀ ਜਾਨ ਹੈ ਉਹ ਇੰਨੀ ਸਸਤੀ ਹੈ ਕਿ ਕੌਡੀਆਂ ਤੋਂ ਵੀ ਮਾੜੀ ਸਥਿਤੀ ਉਹਨਾਂ ਦੀ ਬਣੀ ਹੋਈ ਹੈ। ਸੋ ਜੀ, ਇਹ ਸੀ ਚੰਦ ਖਬਰਾਂ ਜਿਨ੍ਹਾਂ ਉੱਤੇ ਗੱਲਬਾਤ ਕੀਤੀ। ਇੱਥੇ ਹੀ ਸਮਾਪਤੀ ਕਰਦੇ ਹਾਂ। ਧੰਨਵਾਦ।